नमस्कार। खबरां दे इस बुलेटिन च तुहाडा स्वागत। मैं हां परमिंदर कौर। पहला पेश ने चोणवीआं खबरां। केंद्रीय मंत्रियों ते किसानां दे नुमाइंदियां विचाले चल रही गलबात दा अगला गेड़ भलके होवेगा। सरकार ने दोहराया कि खेतीबाड़ी कानून तहत किसानां दी सिर्फ फसल दा ही सौदा होवेगा, जमीन दा नहीं। MSP प्रणाली नाल कोई छेड़छाड़ नहीं की जावेगी। क्या कि कई सूबिਆਂ 'ਚ ਪਹਿਲਾਂ ਤੋਂ ਹੀ ਕਿਸਾਨਾਂ ਤੇ ਪ੍ਰਾਈਵੇਟ ਅਦਾਰਿਆਂ ਵਿਚਾਲੇ ਖੇਤੀ ਇਕਰਾਰਨਾਮੇ ਸੁਚੱਜੇ ਢੰਗ ਨਾਲ ਚੱਲ ਰਹੇ ਨੇ। ਕਈ ਸੂਬਿਆਂ ਵੱਲੋਂ ਆਪਣੇ ਪੱਧਰ ਤੇ ਅਜਿਹੇ ਇਕਰਾਰਨਾਮਿਆਂ ਲਈ ਕਾਨੂੰਨ ਵੀ ਪਾਸ ਕੀਤੇ ਗਏ ਨੇ। ਲੁਧਿਆਣਾ ਸਮੇਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨਾਲ ਜਨ ਜੀਵਨ ਪ੍ਰਭਾਵਿਤ। प्रधानमंत्री नरेंद्र मोदी ने वर्चुअल इंडिया मोबाइल कांग्रेस 2020 का रस्मी उद्घाटन किया। क्या कोरोना काल विच टैलीकॉम सैक्टर ने अहम भूमिका निभाई। आस्ट्रेलिया के दौरे ते गई भारतीय क्रिकेट टीम मौजूदा T20 लड़ी का तीजा ते आखिरी मैच अज सिडनी च खेडेगी। लड़ी च भारत पहला ही 2-0 की अजेतू लीड हासिल कर चुका है। ਤੇ ਹੁਣ ਖਬਰਾਂ ਵਿਸਥਾਰ ਨਾਲ। ਕੇਂਦਰ ਤੇ ਕਿਸਾਨਾਂ ਦੇ ਨੁਮਾਇੰਦਿਆਂ ਵਿਚਾਲੇ ਚੱਲ ਰਹੀ ਗੱਲਬਾਤ ਦਾ ਅਗਲਾ ਗੇੜ ਭਲਕੇ ਨਵੀਂ ਦਿੱਲੀ 'ਚ ਹੋਵੇਗਾ। ਸਰਕਾਰ ਨੇ ਖੇਤੀ ਕਾਨੂੰਨਾਂ ਬਾਰੇ ਫੈਲਾਏ ਜਾ ਰਹੇ ਭਰਮਾਂ ਤੇ ਕਾਨੂੰਨ 'ਚ ਸੁਝਾਏ ਗਏ ਨੁਕਤਿਆਂ ਨੂੰ ਇੱਕ ਵਾਰ ਫੇਰ ਤੋਂ ਸਮਝਾਉਣ ਦਾ ਯਤਨ ਕੀਤਾ ਹੈ। ਜਿਵੇਂ ਕਿ ਝੂਠ ਫੈਲਾਇਆ ਜਾ ਰਿਹਾ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਆਪਣੀ ਜ਼ਮੀਨ ਕੰਪਨੀਆਂ ਨੂੰ ਵੇਚ ਦੇਵੇ, ਜਿਸ ਦੀ ਸੱਚਾਈ ਇਹ ਹੈ ਕਿ ਕਿਸਾਨਾਂ ਨੂੰ ਖੇਤੀਬਾੜੀ ਕਾਨੂੰਨ 'ਚ ਲੋੜੀਂਦੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਕਿਸਾਨਾਂ ਦੀ ਜ਼ਮੀਨ ਦੀ ਵਿਕਰੀ, ਲੀਜ਼ ਜਾਂ ਗਿਰਵੀ ਰੱਖਣਾ ਪੂਰੀ ਤਰ੍ਹਾਂ ਨਾਲ ਮਨ੍ਹਾ ਹੈ ਅਤੇ ਕਿਸਾਨਾਂ ਦੀ ਜ਼ਮੀਨ ਕਿਸੇ ਤਰ੍ਹਾਂ ਦੀ ਵੀ ਰਿਕਵਰੀ ਤੋਂ ਸੁਰੱਖਿਅਤ ਹੈ। ਕਿਸੇ ਤਰ੍ਹਾਂ ਦੇ ਝਗੜੇ ਦੇ ਨਿਪਟਾਰੇ ਲਈ ਨਿਰਧਾਰਿਤ ਸਮਾਂ ਹੱਦ ਅੰਦਰ ਇੱਕ ਪ੍ਰਭਾਵੀ ਤੰਤਰ ਕਾਇਮ ਕੀਤਾ ਗਿਆ। ਕਿਹਾ ਜਾ ਰਿਹਾ ਕਿ ਖੇਤੀਬਾੜੀ ਕਾਨੂੰਨ ਕਿਸਾਨ ਵਿਰੋਧੀ ਨੇ, ਪਰ ਅਸਲ ਵਿੱਚ ਇਹਨਾਂ ਕਾਨੂੰਨਾਂ ਦੇ ਆਉਣ ਮਗਰੋਂ ਕਿਸਾਨ ਆਪਣੀ ਫਸਲ ਕਿਤੇ ਵੀ ਕਿਸੇ ਨੂੰ ਵੀ ਵੇਚ ਸਕਦੇ ਨੇ ਤੇ ਵੱਡੀਆਂ ਕੰਪਨੀਆਂ ਦੇ ਨਾਲ ਜੁੜ ਕੇ ਜ਼ਿਆਦਾ ਮੁਨਾਫਾ ਕਮਾ ਸਕਦੇ ਨੇ। ਭਰਮ ਪੈਦਾ ਕੀਤਾ ਜਾ ਰਿਹਾ ਕਿ ਇਹ ਕਾਨੂੰਨ ਉਹਨਾਂ ਦੀ ਜ਼ਮੀਨ ਤੇ ਹੀ ਬੰਦੂਆ ਮਜ਼ਦੂਰ ਬਣਾ ਦੇਵੇਗਾ ਤੇ ਕਿਸਾਨਾਂ ਦੀ ਜ਼ਮੀਨ ਉਦਯੋਗਪਤੀਆਂ ਦੀ ਹੋ ਜਾਵੇਗੀ। ਅਸਲ 'ਚ ਇਹ ਕਾਨੂੰਨ ਕਿਸਾਨਾਂ ਦੀ ਜ਼ਮੀਨ ਨੂੰ ਵੇਚਣ, ਲੀਜ਼ ਉੱਤੇ ਦੇਣ ਅਤੇ ਕਿਸਾਨਾਂ ਨੂੰ ਬੰਧਕ ਬਣਾਉਣ ਉੱਤੇ ਰੋਕ ਲਗਾਵੇਗਾ ਤੇ ਜ਼ਮੀਨ ਦੇ ਸਪਾਂਸਰ ਨੂੰ ਜ਼ਮੀਨ ਦੇ ਮਾਲਕਾਨਾ ਹੱਕ ਜਾਂ ਕਿਸਾਨ ਦੀ ਜ਼ਮੀਨ 'ਚ ਪੱਕੇ ਬਦਲਾਅ ਉੱਤੇ ਰੋਕ ਲਗਾਵੇਗਾ। ਖਦਸ਼ਾ ਪੈਦਾ ਕੀਤਾ ਜਾ ਰਿਹਾ ਕਿ ਕਿਸਾਨ ਦੀ ਜ਼ਮੀਨ ਕੰਪਨੀਆਂ ਨੂੰ ਦਿੱਤੀ ਜਾਵੇਗੀ, ਪਰ ਅਸਲ ਵਿੱਚ ਇਸ ਕਾਨੂੰਨ ਤਹਿਤ ਕਿਸਾਨਾਂ ਦੀ ਜ਼ਮੀਨ ਦੀ ਵਿਕਰੀ, ਲੀਜ਼ ਅਤੇ ਗਿਰਵੀ ਰੱਖਣਾ ਪੂਰੀ ਤਰ੍ਹਾਂ ਨਾਲ ਮਨ੍ਹਾ ਹੈ। ਇਕਰਾਰਨਾਮਾ ਸਿਰਫ ਫਸਲ ਦਾ ਹੋਵੇਗਾ, ਨਾ ਕਿ ਜ਼ਮੀਨ ਦਾ। ਝੂਠ ਫੈਲਾਇਆ ਜਾ ਰਿਹਾ ਕਿ ਸਰਕਾਰ ਕਿਸਾਨਾਂ ਨੂੰ ਵੱਡੇ ਕਾਰਪੋਰੇਟਸ ਨਾਲ ਕੰਟਰੈਕਟ ਕਰਕੇ ਖਤਮ ਕਰ ਦੇਵੇਗੀ, ਪਰ ਸੱਚਾਈ ਇਹ ਹੈ ਕਿ ਪਿਛਲੇ ਦਹਾਕਿਆਂ 'ਚ ਕਈ ਸੂਬਿਆਂ ਵੱਲੋਂ ਕੰਟਰੈਕਟ ਫਾਰਮਿੰਗ ਨੂੰ ਲਾਗੂ ਕੀਤਾ ਗਿਆ। ਕੁਝ ਰਾਜਾਂ ਨੇ ਵੱਖੋ ਵੱਖਰੇ ਕੰਟਰੈਕਟ ਫਾਰਮਿੰਗ ਐਕਟ ਵੀ ਪਾਸ ਕੀਤੇ ਨੇ। ਭਰਮ ਫੈਲਾਇਆ ਜਾ ਰਿਹਾ ਕਿ ਇਹ ਕਾਨੂੰਨ ਕਿਸਾਨਾਂ ਨੂੰ ਕੋਈ ਵੀ ਮੁੱਲ ਗਰੰਟੀ ਪ੍ਰਦਾਨ ਨਹੀਂ ਕਰਦਾ। ਘੱਟੋ ਘੱਟ ਸਮਰਥਨ ਮੁੱਲ ਤੇ ਅਨਾਜਾਂ ਦੀ ਖਰੀਦੋ ਫਰੋਖਤ ਦਾ ਅਧਿਕਾਰ ਵੀ ਭਾਰਤੀ ਖੁਰਾਕ ਨਿਗਮ ਕੋਲੋਂ ਖਤਮ ਕਰ ਦਿੱਤਾ ਜਾਵੇਗਾ, ਪਰ ਅਸਲ ਵਿੱਚ ਇਸ ਸਮਝੌਤੇ ਦੇ ਤਹਿਤ ਕਿਸਾਨਾਂ ਨੂੰ ਫਸਲ ਦੇ ਮੁੱਲ ਦੀ ਗਰੰਟੀ ਦੀ ਸਹੂਲਤ ਹੋਵੇਗੀ ਅਤੇ ਕਿਸੇ ਕਾਰਨ ਤੋਂ ਮੁੱਲ ਭੁਗਤਾਨ ਨਾ ਹੋਣ ਤੇ ਇਸ ਵਿੱਚ ਜੁਰਮਾਨੇ ਦਾ ਪ੍ਰਾਵਧਾਨ ਹੋਵੇਗਾ। ਉੱਥੇ ਘੱਟੋ ਘੱਟ ਸਮਰਥਨ ਮੁੱਲ ਦੀ ਪ੍ਰਣਾਲੀ ਤੇ ਇਸ ਬਿੱਲ ਦਾ ਕੋਈ ਅਸਰ ਨਹੀਂ ਹੋਵੇਗਾ। ਭਰਮ ਪੈਦਾ ਕੀਤਾ ਜਾ ਰਿਹਾ ਕਿ ਵੱਡੀਆਂ ਕੰਪਨੀਆਂ ਕੰਟਰੈਕਟ ਦੇ ਨਾਂ ਤੇ ਕਿਸਾਨਾਂ ਦਾ ਸ਼ੋਸ਼ਣ ਕਰਨਗੀਆਂ, ਪਰ ਅਸਲ 'ਚ ਕੰਟਰੈਕਟ ਨਾਲ ਕਿਸਾਨਾਂ ਨੂੰ ਨਿਰਧਾਰਿਤ ਭਾਅ ਪ੍ਰਾਪਤ ਕਰਨ ਦੀ ਗਰੰਟੀ ਮਿਲੇਗੀ। ਕਿਸਾਨ ਬਿਨਾਂ ਕਿਸੇ ਪੈਨਲਟੀ ਦੇ ਕਿਸੇ ਵੀ ਸਮੇਂ ਸਮਝੌਤੇ ਤੋਂ ਬਾਹਰ ਨਿਕਲ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਖੇਤੀਬਾੜੀ ਕਾਨੂੰਨ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਦੇ ਸੁਰੱਖਿਆ ਜਾਲ ਤੋਂ ਬਾਹਰ ਕੱਢਣ ਦੀ ਇੱਕ ਸਾਜ਼ਿਸ਼ ਹੈ, ਪਰ ਅਸਲ ਵਿੱਚ ਖੇਤੀਬਾੜੀ ਕਾਨੂੰਨ MSP ਨੂੰ ਬਿਲਕੁਲ ਵੀ ਪ੍ਰਭਾਵਿਤ ਨਹੀਂ ਕਰਦਾ। MSP ਪ੍ਰਣਾਲੀ ਜਾਰੀ ਰਹੇਗੀ। ਕਿਸਾਨਾਂ ਨੂੰ ਬਿਹਤਰ ਮੁੱਲ ਦਿਵਾਉਣ ਵਿੱਚ ਮਦਦ ਦੇ ਲਈ APMC ਮਾਰਕੀਟ ਯਾਰਡ ਦੇ ਬਾਹਰ ਵਧੇਰੇ ਵਪਾਰਕ ਮੌਕੇ ਪੈਦਾ ਕਰ ਰਿਹਾ ਹੈ। ਝੂਠ ਫੈਲਾਇਆ ਜਾ ਰਿਹਾ ਕਿ ਇਹ ਕਾਨੂੰਨ ਕਿਸਾਨਾਂ ਨੂੰ ਉਦਯੋਗਪਤੀਆਂ ਦੇ ਖਿਲਾਫ ਕੋਈ ਨਿਆਇਕ ਸੁਰੱਖਿਆ ਪ੍ਰਦਾਨ ਨਹੀਂ ਕਰਦਾ, ਪਰ ਸੱਚਾਈ ਇਹ ਹੈ ਕਿ ਇਹ ਕਾਨੂੰਨ ਕਿਸਾਨਾਂ ਨੂੰ ਇੱਕ ਅਜਿਹਾ ਵਿਵਾਦ ਨਿਵਾਰਨ ਤੰਤਰ ਉਪਲਬਧ ਕਰਵਾਉਂਦਾ ਜਿੱਥੇ ਕਿਸਾਨ ਕਿਸੇ ਵੀ ਝਗੜੇ ਦੀ ਸਥਿਤੀ 'ਚ ਆਪਣੇ ਸਬ ਡਿਵੀਜ਼ਨਲ ਮੈਜਿਸਟ੍ਰੇਟ ਦੇ ਕੋਲ ਜਾ ਸਕਦਾ ਹੈ। ਕੋਈ ਵੀ ਰਕਮ ਬਕਾਇਆ ਹੋਣ ਦੀ ਸਥਿਤੀ 'ਚ ਕਿਸਾਨਾਂ ਦੀ ਜ਼ਮੀਨ ਤੇ ਕੋਈ ਵੀ ਕਾਰਵਾਈ ਕਰਨ ਦਾ ਅਧਿਕਾਰ ਇਹ ਬਿੱਲ ਨਹੀਂ ਦਿੰਦਾ।
ਕਿਹਾ ਜਾ ਰਿਹਾ ਕਿ ਖੇਤੀਬਾੜੀ ਕਾਨੂੰਨ ਕਿਸਾਨ ਵਿਰੋਧੀ ਹੈ ਕਿਉਂ ਇਹ ਉਹਨਾਂ ਨੂੰ ਕੋਈ ਸੁਰੱਖਿਆ ਪ੍ਰਦਾਨ ਨਹੀਂ ਕਰਦਾ। ਸੱਚਾਈ ਇਹ ਹੈ ਕਿ MSP ਦਾ ਸੁਰੱਖਿਆ ਘੇਰਾ ਬਣਿਆ ਰਹੇਗਾ। ਇਹ ਬਿੱਲ ਉਹਨਾਂ ਵਿਕਲਪਾਂ ਨੂੰ ਜੋੜਨਗੇ ਜਿਹੜੇ ਕਿਸਾਨਾਂ ਦੇ ਕੋਲ ਨੇ। ਕਿਸਾਨ ਖੁਰਾਕ ਉਤਪਾਦਨ ਕੰਪਨੀਆਂ ਦੇ ਨਾਲ ਉਤਪਾਦਨ ਦੀ ਵਿਕਰੀ ਦੇ ਲਈ ਪ੍ਰਤੱਖ ਸਮਝੌਤਿਆਂ 'ਚ ਪ੍ਰਵੇਸ਼ ਕਰ ਸਕਣਗੇ। ਝੂਠ ਫੈਲਾਇਆ ਜਾ ਰਿਹਾ ਕਿ ਹੁਣ ਮੰਡੀਆਂ ਦਾ ਅੰਤ ਹੋ ਜਾਵੇਗਾ, ਪਰ ਸੱਚਾਈ ਇਹ ਹੈ ਕਿ ਮੰਡੀ ਵਿਵਸਥਾ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰਹੇਗੀ। ਭਰਮ ਫੈਲਾਇਆ ਜਾ ਰਿਹਾ ਕਿ ਵੱਡੇ ਕਾਰਪੋਰੇਟਸ ਦਾ ਫਾਇਦਾ ਤੇ ਕਿਸਾਨ ਦਾ ਨੁਕਸਾਨ ਹੋਵੇਗਾ, ਪਰ ਸੱਚਾਈ ਇਹ ਹੈ ਕਿ ਕਈ ਸੂਬਿਆਂ 'ਚ ਕਿਸਾਨ ਸਫਲਤਾਪੂਰਵਕ ਵੱਡੇ ਕਾਰਪੋਰੇਟਸ ਦੇ ਨਾਲ ਗੰਨੇ, ਕਪਾਹ, ਚਾਹ, ਕੌਫੀ ਵਰਗੇ ਉਤਪਾਦ ਪੈਦਾ ਕਰ ਰਹੇ ਨੇ ਤੇ ਹੁਣ ਛੋਟੇ ਕਿਸਾਨਾਂ ਨੂੰ ਗਰੰਟਡ ਮੁਨਾਫੇ ਦੇ ਨਾਲ ਟੈਕਨੋਲੋਜੀ ਅਤੇ ਉਪਕਰਨਾਂ ਦਾ ਵੀ ਲਾਭ ਮਿਲੇਗਾ। ਝੂਠ ਫੈਲਾਇਆ ਜਾ ਰਿਹਾ ਕਿ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਯਾਨੀ MSP ਨਾ ਦੇਣ ਦੇ ਲਈ ਖੇਤੀਬਾੜੀ ਕਾਨੂੰਨ ਸਾਜ਼ਿਸ਼ ਹੈ, ਪਰ ਅਸਲ ਸੱਚਾਈ ਇਹ ਹੈ ਕਿ ਖੇਤੀਬਾੜੀ ਕਾਨੂੰਨ ਦਾ ਘੱਟੋ ਘੱਟ ਸਮਰਥਨ ਮੁੱਲ ਯਾਨੀ MSP ਨਾਲ ਕੋਈ ਲੈਣਾ ਦੇਣਾ ਨਹੀਂ। MSP ਮੁੱਲ ਮਿਲਦਾ ਰਿਹਾ ਹੈ ਤੇ ਮਿਲਦਾ ਰਹੇਗਾ। ਲੁਧਿਆਣਾ ਸਮੇਤ ਪੰਜਾਬ ਦੇ ਵੱਖੋ ਵੱਖਰੇ ਸ਼ਹਿਰਾਂ 'ਚ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦਾ ਮਿਲਿਆ ਜੁਲਿਆ ਅਸਰ ਦੇਖਣ ਨੂੰ ਮਿਲ ਰਿਹਾ ਹੈ। ਆਮ ਜਨਜੀਵਨ ਪ੍ਰਭਾਵਿਤ ਹੋਇਆ। ਕੁਝ ਇੱਕ ਥਾਵਾਂ ਤੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਹੋਈਆਂ ਨੇ। ਦੂਜੇ ਪਾਸੇ ਕਈ ਦੁਕਾਨਦਾਰ ਇਸ ਬੰਦ ਤੋਂ ਨਾਖੁਸ਼ ਨਜ਼ਰ ਆ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੇ ਨਾਲ ਤਾਂ ਖੜੇ ਨੇ, ਪਰ ਬੰਦ ਕਿਸੇ ਵੀ ਸਮੱਸਿਆ ਦਾ ਕੋਈ ਹੱਲ ਨਹੀਂ ਹੈ। ਅਜੇ ਕੁਮਾਰ ਅਤੇ ਮਨੀ ਲਾਲ ਨਾਂ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਨਾਲ ਗੱਲਬਾਤ ਰਾਹੀਂ ਆਪਣੀਆਂ ਮੰਗਾਂ ਮਨਵਾਉਣ ਲਈ ਉਪਰਾਲੇ ਕਰਨ। ਦੁਕਾਨਦਾਰਾਂ ਦਾ ਆਖਣਾ ਹੈ ਕਿ ਬੰਦ ਦੇ ਚਲਦਿਆਂ ਗਰੀਬ ਪਰਿਵਾਰਾਂ ਲਈ ਰੋਜ਼ੀ ਰੋਟੀ ਦਾ ਪ੍ਰਬੰਧ ਕਰਨਾ ਵੀ ਮੁਸ਼ਕਿਲ ਹੋ ਰਿਹਾ ਹੈ। ਕਰੋਨਾ ਦੇ ਚਲਦਿਆਂ ਕੰਮ ਧੰਦੇ ਅੱਗੇ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ। ਆਪਣਾ ਹੈਗਾ ਵਾ ਬਹੁਤ ਪਿੱਛੇ ਜਾ ਰਿਹਾ ਵਾ, ਕਿਉਂਕਿ ਪਹਿਲੇ ਅਸੀਂ ਕਰੋਨਾ ਜਿਹੜੀ ਮਹਾਮਾਰੀ ਤੋਂ ਬਹੁਤ ਮੁਸ਼ਕਿਲ ਨਾਲ ਨਿਕਲ ਰਹੇ ਹਾਂ ਤੇ ਇੱਕ ਹੁਣ ਫੇਰ ਉਹੀ ਦੇਸ਼ ਬੰਦ, ਭਾਰਤ ਬੰਦ, ਕਦੀ ਕੁਛ ਕਦੀ ਕੁਛ ਕਦੀ ਕੁਛ। ਪਰ ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ, ਕਿਉਂਕਿ ਇਸ ਵੇਲੇ ਹਰ ਪਰਿਵਾਰ ਨੂੰ ਬਹੁਤ ਮੁਸ਼ਕਿਲ, ਇੰਨੀ ਮਹਿੰਗਾਈ ਸਾਰਾ ਹੋਣ ਦੇ ਬਾਵਜੂਦ ਵੀ ਆਪਣਾ ਗੁਜ਼ਾਰਾ ਕਰਨਾ ਬੜਾ ਮੁਸ਼ਕਿਲ ਆ। ਜਿਹੜੀ ਕਿਸਾਨਾਂ ਦੀ ਮੰਗਾਂ ਨੇ ਉਹ ਬਿਲਕੁਲ ਜਾਇਜ਼ ਨੇ। ਗਵਰਨਮੈਂਟ ਨੂੰ ਉਹਨਾਂ ਦੇ ਨਾਲ ਬਹਿ ਕੇ ਕੋਈ ਵਿਚਲਾ ਹੱਲ ਕਰਨਾ ਚਾਹੀਦਾ। ਇਹਦੇ ਨਾਲ ਇਹ ਸਾਡਾ ਕੰਮਕਾਰ ਤਾਂ ਪਹਿਲੇ ਹੀ ਕਰੋਨਾ ਜਾ ਕੇ ਬੰਦ ਰਿਹਾ, ਹੁਣ ਇਹ ਬਾਰ-ਬਾਰ ਬੰਦ ਨਾਲ ਸਾਨੂੰ ਬੜਾ ਨੁਕਸਾਨ ਹੈ ਇਸ ਚੀਜ਼ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤੋਂ ਸ਼ੁਰੂ ਹੋਈ 3 ਦਿਨ ਤੱਕ ਚੱਲਣ ਵਾਲੀ ਚੌਥੀ ਇੰਡੀਆ ਮੋਬਾਈਲ ਕਾਂਗਰਸ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕੀਤਾ। ਕਰੋਨਾ ਮਹਾਮਾਰੀ ਦੇ ਚਲਦਿਆਂ ਇਸ ਵਾਰ ਦੂਰ ਸੰਚਾਰ ਸਨਅਤ ਨਾਲ ਜੁੜੇ ਇਸ ਪ੍ਰੋਗਰਾਮ ਨੂੰ ਵਰਚੁਅਲ ਢੰਗ ਨਾਲ ਕਰਵਾਇਆ ਜਾ ਰਿਹਾ ਹੈ। ਇੰਡੀਆ ਮੋਬਾਈਲ ਕਾਂਗਰਸ ਭਾਰਤ ਅਤੇ ਦੱਖਣ ਏਸ਼ੀਆ 'ਚ ਸਭ ਤੋਂ ਵੱਡਾ ਡਿਜੀਟਲ ਸੂਚਨਾ ਤਕਨਾਲੋਜੀ ਪਲੇਟਫਾਰਮ ਹੈ। 3 ਦਿਨ ਤੱਕ ਚੱਲਣ ਵਾਲੇ ਇਸ ਕੌਮਾਂਤਰੀ ਸੰਮੇਲਨ ਦੌਰਾਨ ਇੱਕ ਡਿਜੀਟਲ ਸੂਚਨਾ ਤਕਨਾਲੋਜੀ ਤੇ ਆਧਾਰਿਤ ਪ੍ਰਦਰਸ਼ਨੀ ਵੀ ਲਗਾਈ ਗਈ ਹੈ। ਇਸ ਇਵੈਂਟ ਨੂੰ ਭਾਰਤ ਦੇ ਸਟਾਰਟਅਪ ਅਤੇ ਸੂਚਨਾ ਤਕਨਾਲੋਜੀ ਲਈ ਭਵਿੱਖ ਦੇ ਪਲੇਟਫਾਰਮ ਦਾ ਨਾਂ ਦਿੱਤਾ ਗਿਆ। ਉਦਘਾਟਨੀ ਸਮਾਗਮ 'ਚ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰੋਨਾ ਕਾਲ 'ਚ ਟੈਲੀਕਾਮ ਤਕਨਾਲੋਜੀ ਨੇ ਅਹਿਮ ਭੂਮਿਕਾ ਨਿਭਾਈ ਹੈ। ਪ੍ਰਧਾਨ ਮੰਤਰੀ ਨੇ ਆਖਿਆ ਕਿ ਤਕਨਾਲੋਜੀ ਦੇ ਚਲਦਿਆਂ ਆਮ ਲੋਕ ਜਿੱਥੇ ਕਰੋਨਾ ਦੀ ਮੁਸ਼ਕਿਲ ਘੜੀ ਵਿੱਚ ਆਪਣੇ ਦੂਰ ਦੁਰਾਡੇ ਬੈਠੇ ਘਰਦਿਆਂ ਨਾਲ ਰਾਬਤਾ ਕਾਇਮ ਕਰ ਸਕੇ, ਉੱਥੇ ਡਾਕਟਰ ਮਰੀਜ਼ਾਂ ਨੂੰ ਸਹਾਇਤਾ ਦੇਣ 'ਚ ਕਾਮਯਾਬ ਰਹੇ ਤੇ ਸਰਕਾਰ ਲੋਕਾਂ ਤੱਕ ਆਪਣੀ ਗੱਲ ਆਸਾਨੀ ਨਾਲ ਪਹੁੰਚਾ ਸਕੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਟੈਲੀਕਾਮ ਸੈਕਟਰ ਦਾ ਆਉਣ ਵਾਲੇ ਸਮੇਂ 'ਚ ਹੋਰ ਵਿਸਥਾਰ ਕੀਤਾ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਆਮ ਲੋਕਾਂ ਤੱਕ ਇਸ ਦੀ ਪਹੁੰਚ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ 'ਚ ਦੇਸ਼ ਅਤੇ ਦੁਨੀਆ 'ਚ ਮੋਬਾਈਲ ਨੇ ਜਿੰਨਾ ਪ੍ਰਭਾਵ ਛੱਡਿਆ ਹੈ, 10 ਸਾਲ ਪਹਿਲਾਂ ਉਸ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਸੀ। Friends, even as we experience the rapid speed at which connectivity is improving, we also know that the acceleration has just begun. ਆਸਟ੍ਰੇਲੀਆ ਦੇ ਦੌਰੇ ਤੇ ਗਈ ਭਾਰਤੀ ਕ੍ਰਿਕਟ ਟੀਮ ਮੌਜੂਦਾ T20 ਲੜੀ ਦਾ ਤੀਜਾ ਤੇ ਆਖਰੀ ਮੈਚ ਅੱਜ ਮੇਜ਼ਬਾਨ ਟੀਮ ਦੇ ਖਿਲਾਫ ਸਿਡਨੀ 'ਚ ਖੇਡੇਗੀ। ਇਸ ਮੈਚ ਤੋਂ ਪਹਿਲਾਂ ਭਾਰਤੀ ਟੀਮ ਦੇ ਹੌਸਲੇ ਕਾਫੀ ਬੁਲੰਦ ਨੇ ਕਿਉਂ ਜੋ ਇਸ ਲੜੀ 'ਚ ਭਾਰਤੀ ਟੀਮ 2-0 ਦੀ ਅਜੇਤੂ ਲੀਡ ਹਾਸਲ ਕਰ ਚੁੱਕੀ ਹੈ। ਬੀਤੇ ਸ਼ੁੱਕਰਵਾਰ ਨੂੰ ਕੈਨਬਰਾ 'ਚ ਖੇਡੇ ਗਏ ਪਹਿਲੇ ਮੈਚ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ 11 ਦੌੜਾਂ ਦੇ ਫਰਕ ਨਾਲ ਹਰਾਇਆ ਸੀ, ਜਦਕਿ ਬੀਤੇ ਐਤਵਾਰ ਨੂੰ ਸਿਡਨੀ 'ਚ ਹੀ ਖੇਡੇ ਗਏ ਦੂਜੇ T20 ਮੈਚ ਵਿੱਚ ਭਾਰਤ ਨੇ 2 ਗੇਂਦਾਂ ਬਾਕੀ ਰਹਿੰਦਿਆਂ 6 ਵਿਕਟਾਂ ਦੇ ਫਰਕ ਨਾਲ ਮੈਚ ਵਿੱਚ ਜਿੱਤ ਦਰਜ ਕੀਤੀ ਸੀ। ਭਾਰਤ ਦੀ ਟੀਮ ਜਿੱਥੇ ਮੈਚ ਜਿੱਤ ਕੇ ਲੜੀ ਤੇ ਇੱਕ ਪਾਸੇ ਕਾਬਜ ਹੋਣ ਦਾ ਯਤਨ ਕਰੇਗੀ, ਉੱਥੇ ਮੇਜ਼ਬਾਨ ਆਸਟ੍ਰੇਲੀਆ ਦੀ ਟੀਮ ਅੱਜ ਦਾ ਮੈਚ ਜਿੱਤ ਕੇ ਆਪਣੀ ਸਾਖ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਵੇਗੀ। ਇਹ ਮੈਚ ਭਾਰਤੀ ਸਮੇਂ ਮੁਤਾਬਿਕ ਦੁਪਹਿਰ 1:40 ਤੇ ਸ਼ੁਰੂ ਹੋਵੇਗਾ। T20 ਲੜੀ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ 4 ਮੈਚਾਂ ਦੀ ਟੈਸਟ ਲੜੀ ਖੇਡੀ ਜਾਵੇਗੀ, ਜਿਸ ਦਾ ਪਹਿਲਾ ਮੈਚ 17 ਦਸੰਬਰ ਨੂੰ ਐਡੀਲੇਡ ਵਿੱਚ ਖੇਡਿਆ ਜਾਵੇਗਾ। ਤੇ ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੈ। ਨਮਸਕਾਰ।